डंडौत बंदन अनेक बार, सर्ब कला समरथ। डोलन तेरा खौ प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। याही कुल ते प्रगट होए, ताही कुल को नाम। पुन द्वादश गुरिंद को, मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जियो, अपनियां मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। सतगुरु रामदास सच्चे पातशाह जी दा पावन पवित्र इतिहास साहब जी श्रवण कर रहे सी। इतिहास इत्थों तक पहुंचा है कि सतगुरु रामदास सच्चे पातशाह जी ਜਿਹੜੇ ਆਏ ਹੋਏ ਸਿੱਧ ਨੇ, ਉਹਨਾਂ ਨੂੰ ਗਿਆਨ ਦੇ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜਾ ਮਨੁੱਖ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ, ਫਿਰ ਅਕਾਲ ਪੁਰਖ ਉਹਦੇ ਤੇ ਕਿਰਪਾ ਕਰਦਾ ਹੈ, ਉਹਨੂੰ ਗਿਆਨ ਦਾ ਦਾਨ ਬਖਸ਼ ਦਿੰਦਾ ਹੈ। ਤੇ ਜਦੋਂ ਗਿਆਨ ਦਾ ਪ੍ਰਕਾਸ਼ ਮਿਲ ਜਾਂਦਾ ਹੈ ਮਨੁੱਖ ਨੂੰ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਨੂੰ ਰੱਸੀ ਦੇ ਵਿੱਚ ਤੇ ਸੱਪ ਦਾ ਫਰਕ ਪਤਾ ਲੱਗ ਜਾਂਦਾ। ਪਰਸੋਂ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਭਾਵਾ ਭਾਵ ਬਿਲਾਵੈ ਸਾਰੋ, ਨਿਜ ਸਰੂਪ ਹੀ ਲਖੈ ਪਸਾਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫੇਰ ਉਸ ਨੂੰ ਇਹ ਪਤਾ ਲੱਗ ਜਾਂਦਾ ਹੈ ਭਾਵ ਕੀ ਹੈ, ਅਭਾਵ ਕੀ ਹੈ, ਕੀ ਕਰਨਾ ਹੈ, ਕੀ ਕਰਨਾ ਨਹੀਂ ਹੈ, ਕੀ ਯੋਗ ਹੈ, ਕੀ ਅਯੋਗ ਹੈ। ਰਾਗ ਤੇ ਦ્વੈਸ਼ ਦਾ ਜਿਹੜਾ ਭਾਵ ਹੈ ਉਹ ਖਤਮ ਹੋ ਜਾਂਦਾ। ਨਿਜ ਸਰੂਪ ਹੀ ਲਖੈ ਪਸਾਰੋ, ਫਿਰ ਐਸਾ ਜਿਹੜਾ ਮਨੁੱਖ ਹੈ ਉਹ ਸਾਰੇ ਪਸਾਰੇ ਨੂੰ ਆਪਣਾ ਹੀ ਰੂਪ ਜਾਣਦਾ। ਐਸੇ ਪ੍ਰੇਮ ਭਗਤ ਮੈਂ ਹਮਰੇ, ਇੱਕ ਚਿਤ ਸਤ ਨਾਮ ਕੋ ਸਿਮਰੇ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸੀ ਜਿਹੜੀ ਪ੍ਰੇਮਾ ਭਗਤੀ ਹੈ ਉਹੀ ਸਾਡੇ ਮਤ ਦੇ ਵਿੱਚ ਪਸਰੀ ਹੋਈ ਹੈ। ਇੱਕ ਚਿੱਤ ਦੇ ਨਾਲ ਅਸੀਂ ਸੱਚੇ ਪਰਮੇਸ਼ਰ ਦਾ ਨਾਮ ਜਪਦੇ ਹਾਂ। ਪ੍ਰੇਮ ਬਾਹੀਨ ਜੇ ਸਾਧਨ ਮੁਕਤ, ਨਿਸ਼ਫਲ ਹੋਤ ਸੰਤ ਕੀ ਯੁਕਤ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਪ੍ਰੇਮ ਤੋਂ ਸਖਣੇ ਜਿੰਨੇ ਵੀ ਮੁਕਤੀ ਦੇ ਸਾਧਨ ਨੇ ਉਹ ਸਾਰੇ ਦੇ ਸਾਰੇ ਬੇਅਰਥ ਨੇ, ਬੇਫਲ ਨੇ। ਸੰਤ ਕੀ ਯੁਕਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੰਤਾਂ ਦੀ ਬਾਣੀ ਕਹਿੰਦੀ ਹੈ ਕਿ ਬਗੈਰ ਪ੍ਰੇਮ ਤੋਂ ਜਿੰਨੇ ਵੀ ਕੀਤੇ ਜਾਂਦੇ ਮੁਕਤੀ ਦੇ ਸਾਧਨ ਨੇ ਉਹ ਬੇਅਸਰ ਨੇ ਔਰ ਬੇਫਾਇਦਾ ਹੈ। ਬਿਨਾ ਪ੍ਰੇਮ ਕਰ ਕਾਲ ਬਿਸਾਲਾ, ਪ੍ਰੇਮ ਕਰੈ ਫਲ ਲਹਿ ਤਤ ਕਾਲਾ। ਗੁਰੂ ਜੀ ਕਹਿੰਦੇ ਨੇ ਕਿ ਬਿਨਾ ਪ੍ਰੇਮ ਤੋਂ ਕਿੰਨੀ ਵੀ ਕੋਈ ਕਾਰਨਾ ਕੀਤੀ ਜਾਵੇ, ਕਿੰਨਾ ਵੀ ਕੁਝ ਕੀਤਾ ਜਾਵੇ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਬੇਅਸਰ ਹੈ। ਪ੍ਰੇਮ ਕਰੇ ਫਲ ਲਹਿ ਤਤਕਾਲਾ, ਜਿਹੜਾ ਪ੍ਰੇਮ ਕਰਦਾ ਹੈ ਉਹਨੂੰ ਤਤਕਾਲ ਸ਼ੀਘਰਤਾ ਦੇ ਨਾਲ ਹੀ ਮਾਨੋ ਕਿ ਫਲ ਦੀ ਪ੍ਰਾਪਤੀ ਹੁੰਦੀ। ਤੁਮਰੋ ਮਤ ਜੋ ਕਸ਼ਟ ਜੋਗ ਕੋ,
कल मैं होए न लहै रोग को। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸਿੱਧਾਂ ਨੂੰ ਕਹਿ ਰਹੇ ਨੇ ਕਿ ਤੁਹਾਡਾ ਜਿਹੜਾ ਮਤ ਹੈ ਉਹ ਹੈ ਕਸ਼ਟ ਯੋਗ ਦਾ, ਕਿ ਬੜੇ ਕਸ਼ਟ ਦੇ ਨਾਲ ਯੋਗ ਦੀ ਸਾਧਨਾ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਲਯੁਗ ਦੇ ਵਿੱਚ ਐਸੇ ਵੱਡੇ ਯੋਗ ਦੀ ਸਾਧਨਾ ਨਹੀਂ ਹੋ ਸਕਦੀ। ਜੇ ਪੂਰਨ ਗੁਰ ਤੇ ਸਿੱਧ ਕਰੈ, ਅਨਕ ਜਤਨ ਤੇ ਮਨ ਕੋ ਥਿਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਮੰਨਦਾ ਹਾਂ ਕਿ ਜੇਕਰ ਪੂਰੇ ਗੁਰੂ ਦੀ ਚਰਨੀ ਲੱਗਿਆ ਜਾਵੇ, ਸਿੱਧੀਆਂ ਦੀ ਸਾਧਨਾ ਕੀਤੀ ਜਾਵੇ, ਯੋਗ ਦੀ ਕਮਾਈ ਕੀਤੀ ਜਾਵੇ, ਅਨੇਕਾਂ ਯਤਨ ਦੇ ਨਾਲ ਮਨ ਸਥਿਰ ਹੁੰਦਾ ਹੈ। ਪੁਣ ਸਿੱਧਾਂ ਜਬ ਆਏ ਆਗਾਰੀ, ਤਿਨ ਮੈਂ ਬਿਰਹੋ ਮਨ ਹਿਤਕਾਰੀ। ਤੇ ਜਦੋਂ ਮਨੁੱਖ ਯੋਗ ਦੀ ਸਾਧਨਾ ਕਰਦਾ ਹੈ, ਯੋਗ ਦੀ ਸਾਧਨਾ ਕਰਨ ਦੇ ਨਾਲ ਕਹਿੰਦੇ ਨੇ ਮਨ ਟਿਕਾ ਦੇ ਵਿੱਚ ਜ਼ਰੂਰ ਆ ਜਾਂਦਾ ਹੈ, ਪਰ ਕਹਿੰਦੇ ਨੇ ਦੂਸਰੇ ਪਾਸੇ ਯੋਗ ਦੀ ਸਾਧਨਾ ਦੇ ਨਾਲ ਰਿੱਧੀਆਂ ਸਿੱਧੀਆਂ ਆਣ ਕੇ ਅੱਗੇ ਖਲੋ ਜਾਂਦੀਆਂ ਨੇ, ਤੇ ਫਿਰ ਮਨੁੱਖ ਉਹਨਾਂ ਰਿੱਧੀਆਂ ਸਿੱਧੀਆਂ ਦਾ ਹਿਤਕਾਰੀ ਬਣ ਕੇ ਉਹਨਾਂ ਦੇ ਪਿੱਛੇ ਲੱਗ ਜਾਂਦਾ। ਤਬ ਜਗ ਮੈਂ ਦਿਖ ਰਾਵਣ ਚਾਹੋ, ਨਰ ਬਹੁ ਪੂਜੈ ਹਿਰਦਾ ਮਾਹੋ। ਤੁਹਾਡਿਆਂ ਸਾਰਿਆਂ ਸਿੱਧਾਂ ਦਾ ਇਹੀ ਕੰਮ ਹੈ ਕਿ ਜਦੋਂ ਤੁਹਾਡੇ ਸਾਹਮਣੇ ਯੋਗ ਸਾਧਨ ਦੇ ਨਾਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ, ਤੇ ਫਿਰ ਤੁਸੀਂ ਰਿੱਧੀਆਂ ਸਿੱਧੀਆਂ ਨੂੰ ਲੋਕਾਂ ਦੇ ਵਿੱਚ ਦਿਖਾਉਂਦੇ ਹੋ, ਫਿਰ ਲੋਕ ਤੁਹਾਡੀ ਪੂਜਾ ਕਰਦੇ ਨੇ, ਔਰ ਤੁਹਾਡੇ ਹਿਰਦੇ ਦੇ ਵਿੱਚ ਵੀ ਇਹ ਚਾਹ ਹੁੰਦੀ ਹੈ ਕਿ ਲੋਕ ਸਾਡੀ ਪੂਜਾ ਕਰਨ। ਸਿੱਧਾ ਮੋਹ ਫਸ ਕੇ ਤਜ ਰਸ ਕੋ, ਜਗਤ ਬਾਸ਼ਨਾ ਚਾਹਤ ਜਸ ਕੋ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੱਧੀਆਂ ਦੇ ਜਾਲ ਦੇ ਵਿੱਚ ਤੁਸੀਂ ਫਸ ਜਾਂਦੇ ਹੋ, ਅਸਲੀ ਜਿਹੜਾ ਨਾਮ ਦਾ ਰਸ ਹੈ ਉਸ ਤੋਂ ਖੁੰਝ ਜਾਂਦੇ ਹੋ, ਜਸ ਦੇ ਵਾਸਤੇ ਜਗਤ ਦੀ ਵਾਸ਼ਨਾ ਦੇ ਵਿੱਚ ਤੁਸੀਂ ਫਸ ਜਾਂਦੇ। ਆਤਮ ਗਿਆਨੀ ਕੈ ਸਿੱਧ ਸਾਰੀ, ਹਾਥ ਜੋਰ ਕਰ ਥਿਰੈ ਆਗਾਰੀ। ਪਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਡਾ ਤੇ ਆਤਮਾ ਗਿਆਨੀ ਦਾ ਇੰਨਾ ਫਰਕ ਹੈ ਕਿ ਤੁਸੀਂ ਤੇ ਰਿੱਧੀਆਂ ਸਿੱਧੀਆਂ ਦੇ ਮਗਰ ਲੱਗ ਜਾਂਦੇ ਹੋ, ਪਰ ਜਿਹੜਾ ਆਤਮਾ ਦਾ ਗਿਆਨੀ ਹੁੰਦਾ ਹੈ ਉਹਦੇ ਸਾਹਮਣੇ ਵੀ ਤੁਹਾਡੇ ਵਾਂਗ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖਲੋਤੀਆਂ ਰਹਿੰਦੇ ਨੇ। ਪਰ ਉਹ ਕੀ ਕਰਦਾ ਹੈ, ਇਨਕੋ ਤਜ ਕਰ ਲੈ ਰਸ ਗਿਆਨ, ਆਨੰਦ ਰੂਪ ਸਭ ਲਖੈ ਜਹਾਨ। ਪਰ ਜਿਹੜਾ ਆਤਮਾ ਦਾ ਗਿਆਨੀ ਪੁਰਸ਼ ਹੈ ਉਹ ਕਹਿੰਦੇ ਨੇ ਇਹਨਾਂ ਨੂੰ ਤਜ ਦਿੰਦਾ ਹੈ, ਇਹਨਾਂ ਨੂੰ ਛੱਡ ਕੇ ਮਾਨੋ ਕਿ ਗਿਆਨ ਦਾ ਰਸ ਮਾਣਦਾ ਹੈ। ਆਨੰਦ ਰੂਪ ਸਭ ਲਖੈ ਜਹਾਨ, ਤੇ ਜਿੰਨੀ ਵੀ ਦੁਨੀਆ ਹੈ, ਜਿੰਨਾ ਵੀ ਪਸਾਰਾ ਹੈ, ਉਸ ਨੂੰ ਆਤਮ ਗਿਆਨੀ ਜਿਹੜਾ ਪੁਰਸ਼ ਹੈ ਨਾ, ਉਹ ਮਾਨੋ ਕਿ ਆਨੰਦ ਦਾ ਰੂਪ ਸਮਝਦਾ। ਭੇਖ ਜੋਗ ਕੋ ਸਦਕ ਕਮਾਵੋ, ਬਿਨਾ ਪ੍ਰੇਮ ਪ੍ਰਭ ਕੋ ਕਿਮ ਪਾਵੋ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਿੱਧਾਂ ਨੂੰ ਕਹਿੰਦੇ ਨੇ ਤੁਸੀਂ ਭੇਖ ਲੈ ਕੇ ਸਦਾ ਯੋਗ ਦੀ ਕਮਾਈ ਕਰਦੇ ਹੋ, ਪਰ ਕਹਿੰਦੇ ਨੇ ਬਿਨਾ ਪ੍ਰੇਮ ਪ੍ਰਭ ਕੋ ਕਿਮ ਪਾਵੋ, ਬਗੈਰ ਪ੍ਰੇਮ ਤੋਂ ਪ੍ਰਭੂ ਦੀ ਪ੍ਰਾਪਤੀ ਕਿਵੇਂ ਕਰੋ। ਮਨ ਨਹੀਂ ਜੀਤੋ ਇਤ ਉਤ ਧਾਵੈ, ਸਿੱਧਾ ਮੈਂ ਉਰਜੋ ਭਰ ਮਾਵੈ। ਗੁਰੂ ਜੀ ਕਹਿੰਦੇ ਨੇ ਤੁਸੀਂ ਆਪਣੇ ਮਨ ਦੇ ਉੱਤੇ ਜਿੱਤ ਦੀ ਪ੍ਰਾਪਤੀ ਨਹੀਂ ਕੀਤੀ, ਮਨ ਤੇ ਤੁਹਾਡਾ ਇੱਧਰ ਉੱਧਰ ਦੌੜਦਾ ਰਹਿੰਦਾ ਹੈ, ਤੁਸੀਂ ਸਿੱਧੀਆਂ ਦੇ ਵਿੱਚ ਉਲਝ ਕੇ ਭਰਮੇ ਫਿਰਦੇ। ਸ੍ਰੀ ਗੁਰੂ ਰਾਮਦਾਸ ਕਹਿ ਕਰਕੇ ਸ਼ਬਦ ਸੁਨਾਇਓ ਤਿਨੋ ਉਚਰਕੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਹੁਤ ਵਚਨ ਕੀਤੇ, ਤੇ ਫਿਰ ਉਹਨਾਂ ਸਿੱਧਾਂ ਦੇ ਪ੍ਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਸ਼ਬਦ ਉਚਾਰਨ ਕੀਤਾ। ਸ੍ਰੀ ਮੁਖ ਵਾਕ ਇੱਕ ਓੰਕਾਰ ਸਤਿਗੁਰ ਪ੍ਰਸਾਦ, ਮਹੱਲਾ ਚੌਥਾ। ਰਾਗ ਆਸਾ ਕਰ 6 ਕੇ 3। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਹੱਥ ਕਰ ਤੰਤ ਵਜਾਵੈ ਜੋਗੀ, ਥੋਥਰ ਵਾਜੈ ਬੇਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਜੋਗੀ, ਤੂੰ ਕਿੰਗਰੀ ਹੱਥ ਦੇ ਵਿੱਚ ਫੜ ਕੇ ਉਸ ਨੂੰ ਵਜਾਉਂਦਾ ਹੈ,
ਪਰ ਤੇਰੀ ਉਸ ਕਿੰਗਰੀ ਦੀ ਤਾਰ ਦੇ ਵਿੱਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ, ਗੁਰੂ ਜੀ ਕਹਿੰਦੇ ਨੇ ਉਹ ਬੇਅਸਰ ਹੈ, ਉਹਦੇ ਵਿੱਚ ਕੋਈ ਅਸਰ ਨਹੀਂ ਹੈ, ਉਹ ਥੋਥੀ ਹੈ, ਉਹ ਖੋਖਲੀ ਹੈ। ਗੁਰਮਤਿ ਹਰ ਗੁਣ ਬੋਲੋ ਜੋਗੀ, ਇਹ ਮਨੁਆ ਹਰ ਰੰਗ ਭੇਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਜੋਗੀ, ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਹਮੇਸ਼ਾ ਤੂੰ ਕਰਦਾ ਰਿਹਾ ਕਰ। ਇਸ ਤਰ੍ਹਾਂ ਕਰਨ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰਾ ਜਿਹੜਾ ਅਮੋੜ ਮਨ ਹੈ ਉਹ ਪ੍ਰਮਾਤਮਾ ਦੇ ਰੰਗ ਦੇ ਵਿੱਚ ਭਿੱਜਿਆ ਰਹੇ। ਜੋਗੀ ਹਰ ਦੇਹ ਮਤੀ ਉਪਦੇਸ਼। ਅੱਗੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਜੋਗੀਓ, ਤੁਸੀਂ ਆਪਣੇ ਮਨ ਨੂੰ ਹਰੀ ਦੇ ਨਾਮ ਦੀ ਸਿੱਖਿਆ ਹਮੇਸ਼ਾ ਦਿਆ ਕਰੋ। ਜੁਗ ਜੁਗ ਹਰ ਹਰ ਏਕੋ ਵਰਤੈ, ਤਿਸ ਆਗੇ ਹਮ ਆਦੇਸ਼। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਜਿਹੜਾ ਪ੍ਰਮਾਤਮਾ ਹੈ ਹਰੇਕ ਹੀ ਯੁੱਗ ਦੇ ਵਿੱਚ ਆਪ ਹੀ ਸਭ ਕੁਝ ਕਰਦਾ ਰਹਿੰਦਾ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਕਿ ਐਸੇ ਅਕਾਲ ਪੁਰਖ ਨੂੰ ਅਸੀਂ ਆਦੇਸ਼ ਕਰਦੇ ਹਾਂ, ਭਾਵ ਕਿ ਅਸੀਂ ਨਮਸਕਾਰ ਕਰਦੇ ਹਾਂ। ਰਹਾਓ ਗਾਵਹਿ ਰਾਗ ਭਾਂਤ ਬਹੁ ਬੋਲੇ, ਇਹ ਮਨੁਆ ਖੇਲੈ ਖੇਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋਗੀ ਲੋਕ ਰਾਗ ਗਾਉਂਦੇ ਹਨ, ਹੋਰ ਵੀ ਕਈ ਕਿਸਮ ਦੇ ਬੋਲੇ ਬੋਲਦੇ ਹਨ, ਪਰ ਉਹਨਾਂ ਦਾ ਜਿਹੜਾ ਮਨ ਹੈ ਨਾ, ਜਿਹੜਾ ਅਮੋੜ ਹੈ, ਜਿਹਨੂੰ ਮੋੜਿਆ ਨਹੀਂ ਜਾ ਸਕਦਾ, ਐਸਾ ਉਹਨਾਂ ਦਾ ਮਨ ਅੰਦਰੋਂ ਕਿਸੇ ਹੋਰ ਹੀ ਪ੍ਰਕਾਰ ਦੀਆਂ ਖੇਡਾਂ ਖੇਡਦਾ ਰਹਿੰਦਾ। ਜੋ ਵਹਿ ਕੂਪ ਸਿੰਚਣ ਕੋ ਬਸੁਦਾ, ਉਠ ਬੈਲ ਗਏ ਚਰ ਬੇਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਪ੍ਰਮਾਣ ਦੇ ਕੇ ਦੱਸਦੇ ਨੇ ਕਿ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਵੇਂ ਕੋਈ ਕਿਸਾਨ ਆਪਣੀ ਪੈਲੀ ਨੂੰ ਸਿੰਚਣ ਦੇ ਵਾਸਤੇ, ਉਸ ਪੈਲੀ ਨੂੰ ਪਾਣੀ ਦੇਣ ਦੇ ਵਾਸਤੇ ਖੂਹ ਜੋੜਦਾ ਹੈ, ਬੈਲ ਖੂਹ ਨੂੰ ਗੇੜਦੇ ਨੇ, ਪਰ ਕਹਿੰਦੇ ਨੇ ਐਸਾ ਹੁੰਦਾ ਹੈ ਕਿ ਉਹ ਜਿਹੜੇ ਬੈਲ ਖੇਤੀ ਨੂੰ ਸਿੰਜਦੇ ਨੇ, ਖੇਤੀ ਦੇ ਵਿੱਚ ਪਾਣੀ ਦਿੰਦੇ ਨੇ, ਜੇਕਰ ਉਹੀ ਉੱਠ ਕੇ ਖੇਤੀ ਨੂੰ ਖਾ ਜਾਣ, ਵੇਲ ਆਦਿਕ ਨੂੰ, ਤੇ ਫਿਰ ਕੀ ਫਾਇਦਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਹਾਡਾ ਕੰਮ ਇਸ ਤਰ੍ਹਾਂ ਦਾ। ਕਾਇਆ ਨਗਰ ਮੈਂ ਕਰਮ ਹਰ ਬੋਵੋ, ਹਰ ਜਾਮੈ ਹਰਿਆ ਖੇਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਜੋਗੀਓ, ਇਸ ਸਰੀਰ ਰੂਪੀ ਨਗਰ ਦੇ ਵਿੱਚ ਹਰੀ ਦਾ ਨਾਮ ਸਿਮਰਨ ਦੇ ਕੇ ਕਰਮਾਂ ਦੇ ਬੀਜ ਬੀਜੋ। ਜਿਹੜਾ ਮਨੁੱਖ ਆਪਣੇ ਹਿਰਦੇ ਰੂਪੀ ਖੇਤ ਦੇ ਵਿੱਚ ਹਰੀ ਦੇ ਨਾਮ ਦਾ ਬੀਜ ਬੀਜਦਾ ਹੈ, ਉਸ ਦੇ ਅੰਦਰ ਹਰੀ ਦੇ ਨਾਮ ਦਾ ਸੋਹਣਾ ਹਰਾ ਜਿਹੜਾ ਖੇਤ ਹੈ ਨਾ, ਉਹ ਉੱਗ ਪੈਂਦਾ। ਮਨੁਆ ਆਸਥਿਰ ਬੈਲ ਮਨ ਜੋਵੋ, ਹਰ ਸਿੰਚੋ ਗੁਰਮਤਿ ਜੇਤ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਜੋਗੀਓ, ਸਿਮਰਨ ਦੀ ਬਰਕਤ ਦੇ ਨਾਲ ਇਸ ਮਨ ਨੂੰ ਡੋਲਣ ਤੋਂ ਰੋਕੋ। ਇਸ ਟਿਕੇ ਹੋਏ ਮਨ ਰੂਪੀ ਬੈਲ ਨੂੰ ਤੁਸੀਂ ਜੋਵੋ। ਕਹਿੰਦੇ ਨੇ ਕਿ ਜਿਸ ਨਾਲ ਗੁਰੂ ਦੀ ਮੱਤ ਦੀ ਬਰਕਤ ਹੋਵੇ, ਤੇ ਗੁਰੂ ਦੀ ਮੱਤ ਦੇ ਬਰਕਤ ਦੇ ਰਾਹੀਂ ਹਰੀ ਰੂਪੀ ਨਾਮ ਦੇ ਜਲ ਦੇ ਨਾਲ ਤੁਸੀਂ ਇਸ ਖੇਤੀ ਨੂੰ ਹਰਿਆ ਕਰੋ। ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ, ਜੋ ਦੇਹ ਮਤੀ ਤਿਤ ਚੇਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਦੇ ਨੇ ਕਿ ਹੇ ਅਕਾਲ ਪੁਰਖ, ਹੇ ਪ੍ਰਭੂ, ਜੀਵਾਂ ਦੇ ਵਸ ਦੇ ਵਿੱਚ ਕੀ ਹੈ, ਭਾਵ ਕਿ ਜੀਵਾਂ ਦੇ ਵਸ ਦੇ ਵਿੱਚ ਕੁਝ ਵੀ ਨਹੀਂ ਹੈ। ਜੋਗੀ ਜੰਗਮ ਆਦਿਕ ਸਾਰੇ ਦੇ ਸਾਰੇ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਰਹਿੰਦੇ ਨੇ, ਇਹ ਸਾਰੀ ਸ੍ਰਿਸ਼ਟੀ ਜੋਗੀਆਂ ਦੀ, ਜੰਗਮਾਂ ਦੀ, ਇਹ ਤੁਹਾਡੀ ਪਰਮੇਸ਼ਰ ਰਚੀ ਹੋਈ ਹੈ। ਆਪ ਜਿਹੜੀ ਮੱਤ ਇਸ ਸ੍ਰਿਸ਼ਟੀ ਨੂੰ ਦਿੰਦੇ ਹੋ, ਉਸੇ ਤਰ੍ਹਾਂ ਉਸ ਪਾਸੇ ਹੀ ਸ੍ਰਿਸ਼ਟੀ ਤੁਰਦੀ। ਜਨ ਨਾਨਕ ਕੋ ਪ੍ਰਭ ਅੰਤਰ ਜਾਮੀ, ਹਰ ਲਾਵੋ ਮਨੁਆ ਖੇਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਖੀਰਲੇ ਸਤਰ ਦੇ ਵਿੱਚ ਕਹਿੰਦੇ ਨੇ ਕਿ ਦਾਸ ਨਾਨਕ ਦੇ ਹੇ ਪ੍ਰਭੂ ਅੰਤਰ ਜਾਮੀ, ਸਾਡੇ ਮਨ ਨੂੰ ਪ੍ਰੇਰ ਕੇ ਆਪ ਹੀ ਆਪਣੇ ਚਰਨਾਂ ਦੇ ਵਿੱਚ ਤੁਸੀਂ ਜੋੜ ਲਵੋ। ਕਿਉਂਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਬਾਅਦ 9 ਗੁਰੂ ਸਾਹਿਬਾਨਾਂ ਤੱਕ ਜਿਹੜੀ ਵੀ ਗੁਰਬਾਣੀ ਉਹਨਾਂ ਨੇ ਰਚੀ ਹੈ, ਉਹਦੇ ਵਿੱਚ ਉਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਜਿੰਨੀ ਬਾਣੀ ਲਿਖੀ, ਉਹ ਵੀ ਨਾਨਕ ਦੇ ਸਿਰਲੇਖ ਦੇ ਹੇਠ। ਇਸ ਤੋਂ ਇਲਾਵਾ ਜਿੰਨੇ ਵੀ ਗੁਰੂ ਸਾਹਿਬਾਨਾਂ ਦੀ ਬਾਣੀ ਆਦਿ ਗ੍ਰੰਥ ਦੇ ਵਿੱਚ ਮਿਲਦੀ ਹੈ, ਉਹ ਸਾਰਿਆਂ ਨੇ ਨਾਨਕ ਨਾਂ ਹੀ ਸੰਬੋਧਨ ਕੀਤਾ ਹੈ। ਮਹੱਲਾ ਪਹਿਲਾ, ਦੂਜਾ, ਚੌਥਾ, ਪੰਜਵਾਂ, ਇਸ ਤੋਂ ਪਤਾ ਲੱਗਦਾ ਹੈ ਕਿ ਕਿਹੜੇ ਗੁਰੂ ਸਾਹਿਬਾਨ ਦੀ ਬਾਣੀ ਹੈ।
जेकर महला पहला दूजा चौथा ना लिखिया जावे ते हर एक गुरु ने जिहड़ी भी बाणी लिखी है वो नानक दे सरलेख दे हेठ लिखी है। हुण भावें कि सतगुरु रामदास सच्चे पातशाह जी चौथी पातशाही ने, पर इन्हां ने भी नानक लिखिया। कहंदे ने जन नानक को प्रभ अंतर जामे। मेरा सिर्फ कहण तो भाव है कि सतगुरु नानक देव सच्चे पातशाह जी तो बाद जिन्ने भी अगले गुरु साहबान ने 9 गुरुआं तक उन्होंने नानक नां दे सरलेख दे हेठ ही बाणी लिखी। सोनियो शब्द सत गुर ते जबै, श्री नानक जान्यो सिद्ध तबै। ग्रंथाकार भाई संतोख सिंह जी लिखते ने कि जदों गुरबाणी दे इस शब्द नूं सारियां ने सुनिया ते मन्निया सारियां सिद्धां ने कि सतगुरु नानक देव सच्चे पातशाह जी दा ही ये रूप ने। करी परखिया छोरी गिनती, होए प्रसन्न पानी मुख बिनती। इस तरीके दे नाल सतगुरु रामदास सच्चे पातशाह जी दी सिद्धां ने परीखिया कीती है छोरी गिनती, ते फिर कहंदे ने संसे वाली जिहड़ी बिरती सी उस नूं छड्ड दिता, प्रसन्नता नूं धारण करके फिर बेनती कीती। बेदा पाए कह चले आदेश, देखत संगत तहां अशेष। फिर सतगुरु रामदास सच्चे पातशाह जी तो विदायगी लैके आदेश आदेश कहते हुए नमस्कारां करते हुए वो जिहड़े सिद्ध ने वो चले गए ने। संगत सारी दी सारी देखती रही। अंतर ध्यान भये तत्काला, सब बिसमाए पिखत विसाला। क्योंकि सारी संगत दे देखदियां देखदियां वो जिन्ने भी सिद्ध आए सन चर्चा करन दे वास्ते वो सारे दे सारे अंतर ध्यान हो गए ने। कहण तो भाव है अलोप हो गए ने, अदृश्य हो गए ने, किसी नूं दिखाई नहीं दिते। इस कौतुक नूं देख के सारे दे सारे बहुत ही ज्यादा हैरान होए। प्रश्नोत्तर सुन कर सब काना, पार ब्रह्म रूप गुर पछाना। इस तरीके दे नाल सिद्धां दे नाल सतगुरु सच्चे पातशाह जी ने प्रश्न उत्तर किया है, सवाल जवाब होए ने। सारियां ने इस सवालां जवाबां नूं सुनिया। पार ब्रह्म गुरु रूप पछाना ते सतगुरु रामदास सच्चे पातशाह जी नूं पार ब्रह्म दा रूप जाने। बूझे संत कहां ते आए, कह सुन टिके न तुरत सिधाए। इस तो बाद कुछ सिखां ने सतगुरां दे चरणां दे विच बेनती कीती कि हे सतगुरु सच्चे पातशाह जी, ये जिहड़े संत महापुरख आए सन ये कित्थों आए सन? कहंदे ने कि थोड़ा चिर तुहाडे कोल टिके ने, फिर छेती दे नाल ही ये चले गए। सतगुर सरब सुनावण कीन, ए गोरख को पंथ पर बीन। सतगुरु रामदास सच्चे पातशाह जी ने बचन किया, सारियां नूं आख्या कि गोरख दा जिहड़ा प्रवीण पंथ है ना उस पंथ दे धारनी ने। फिर सर्ब मह इच्छाचारी, कारण परीख्या आए हमारी। सतगुरु सच्चे पातशाह जी कहंदे ने कि हर एक जगह दे उत्ते ये जा सकते ने, इन्हां दे कोल रिद्धियां सिद्धियां दियां शक्तियां हन। ये अपनी इच्छा दे मुताबक जिथे चाहण उत्थे फिर सकते ने। सतगुरु सच्चे पातशाह जी कहंदे ने ये सारे मेरी परीक्षा करन दे वास्ते आए सन। प्रश्नोत्तर कर गए पयान, सिद्धां टिग सब सिद्ध बड़ मान। गुरु जी कहंदे ने कि हुण सवाल जवाब करके सारे दे सारे इथों चले गए ने। गुरु जी कहंदे ने कि सिद्धियां इन्हां दे कोल बहुत ज्यादा ने, बहुत ज्यादा अजमतां ने, करामातां ने। पर इस तो इलावा सतगुरु सच्चे पातशाह जी कहंदे ने कि जिन्ने भी ये सारे सिद्ध ने ना शक्तियां वाले, ये बहुत वड्डे हंकारी भी। इम सुन के संगत हर खानी, तुमरी गत कछ जाए ना जानी। जदों सतगुरु रामदास सच्चे पातशाह जी ने इस तरह के बचन सुनाए, सारी संगत सुन के सतगुरां दे बचनां नूं खुश होई है
ਤੇ ਸਾਰਿਆਂ ਦੇ ਮੂੰਹੋਂ ਇਹੀ ਗੱਲ ਨਿਕਲੀ ਹੈ, ਤੁਮਰੀ ਗਤ ਕਛ ਜਾਏ ਨਾ ਜਾਣੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਗਤੀ ਕਿਸੇ ਤੋਂ ਜਾਣੀ ਨਹੀਂ ਜਾਂਦੀ। ਸਿੱਖਿਆ ਨਿਹਿਤ ਨਿਜ ਰੂਪ ਧਰਿਓ ਹੈ, ਸੰਗਤ ਕੋ ਕਲਿਆਣ ਕਰਿਓ ਹੈ। ਕਹਿੰਦੇ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਿੱਖਾਂ ਦੇ ਹਿੱਤ ਦੇ ਵਾਸਤੇ, ਉਹਨਾਂ ਦੇ ਭਲੇ ਦੇ ਵਾਸਤੇ ਤੁਸੀਂ ਮਨੁੱਖਾ ਸਰੂਪ ਨੂੰ ਧਾਰਨ ਕੀਤਾ ਹੋਇਆ। ਇਹ ਸੱਚੇ ਪਾਤਸ਼ਾਹ, ਤੁਸੀਂ ਸੰਗਤ ਦੇ ਕਲਿਆਣ ਦੇ ਵਾਸਤੇ ਆਏ ਹੋਏ। ਸੋਹਣੇ ਸਭ ਨਿਵਾਇਓ ਸੀਸ, ਤੁਮ ਸੁਖ ਦਾਤੇ ਹੋ ਜਗਦੀਸ਼। ਸਾਰਿਆਂ ਨੇ ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਣੇ ਸਿਰ ਨੂੰ ਨਿਵਾਇਆ ਹੈ ਤੇ ਕਹਿੰਦੇ ਨੇ, ਤੁਮ ਸੁਖ ਦਾਤੇ ਹੋ ਜਗਦੀਸ਼। ਹੇ ਜਗਦੀਸ਼, ਹੇ ਸ੍ਰਿਸ਼ਟੀ ਦੇ ਮਾਲਕ, ਤੁਸੀਂ ਸੁਖਾਂ ਦਾ ਦਾਨ ਦੇਣ ਵਾਲੇ ਸੁਖ ਦਾਤੇ। ਕਿਰਪਾ ਦ੍ਰਿਸ਼ਟ ਸੰਗਤ ਪਰ ਕਰੀ, ਭਏ ਨਿਹਾਲ ਕਿਤਕ ਤਿਸ ਕਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਮਿਹਰ ਦੀ ਨਜ਼ਰ ਸਾਰੀ ਸੰਗਤ ਦੇ ਉੱਤੇ ਉਸ ਵੇਲੇ ਪਾਈ ਹੈ ਤੇ ਸਤਿਗੁਰਾਂ ਦੀ ਮਿਹਰ ਦੀ ਨਜ਼ਰ ਦੇ ਨਾਲ ਉਸ ਵੇਲੇ ਬਹੁਤ ਹੀ ਸਾਰੇ ਸਿੱਖ ਨਿਹਾਲ ਹੋ। ਕੇਤਕ ਦਿਓ ਸਭਿਤਾਵਣ ਕੀਨ, ਸ੍ਰੀ ਸਤਿਗੁਰੂ ਵਿਸਾਲ ਪਰਬੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨੇ ਹੀ ਦਿਨ ਇਸ ਤਰੀਕੇ ਦੇ ਨਾਲ ਬਿਤਾ ਦਿੱਤੇ ਨੇ, ਜਿਹੜੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਨੇ ਤੇ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਮਤ ਦੇ ਮਾਲਕ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਦੋਹਰੇ ਦੇ ਨਾਲ ਇਸ ਤਰ੍ਹਾਂ ਕਰਦੇ ਨੇ। ਰਾਮਦਾਸ ਸ੍ਰੀ ਸਤਿਗੁਰੂ, ਰਹਿ ਪ੍ਰੇਮ ਗਲ ਤਾਨ, ਸਤਨਾਮ ਸਿਮਰਨ ਕਰਨ, ਦੇ ਸਿੱਖਣ ਕੋ ਦਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸੇ ਹੀ ਤਰੀਕੇ ਦੇ ਨਾਲ ਪ੍ਰੇਮ ਦੇ ਵਿੱਚ ਗਲਤਾਨ ਰਹਿੰਦੇ ਨੇ, ਪ੍ਰੇਮ ਦੇ ਵਿੱਚ ਖਚਤ ਰਹਿੰਦੇ ਨੇ। ਸੱਚਾ ਜੋ ਪਰਮੇਸ਼ਰ ਦਾ ਨਾਮ ਹੈ ਉਸ ਦਾ ਜਾਪ ਸਿੱਖਾਂ ਨੂੰ ਕਹਿ ਕੇ ਕਰਾਉਂਦੇ ਨੇ, ਮਾਨੋ ਕਿ ਨਾਮ ਦਾ ਦਾਨ ਦਿੰਦੇ। ਸਤ ਸੰਗਤ ਨਿਤ ਹੋਤ ਵਿਸਾਲਾ, ਆਵੇਂ ਸਿੱਖ ਬਣੈ ਨਿਤ ਜਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤ ਸੰਗਤ ਰੋਜ਼ ਵੱਡੀ ਜੁੜਦੀ ਹੈ, ਬਹੁਤ ਸਾਰੇ ਲੋਕ ਨਵੇਂ ਆਉਂਦੇ ਨੇ ਤੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਣਦੇ ਨੇ। ਜਹ ਕਹਿ ਨਗਰ ਗ੍ਰਾਮ ਬੜ ਛੋਟੇ, ਗੁਰ ਗੁਰ ਜਪੈ ਲਾਖ ਕਈ ਕੋਟੇ। ਜਿੱਥੇ ਕਿਥੇ ਨਗਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਿੰਨੇ ਵੀ ਸਿੱਖ ਵਸਦੇ ਨੇ, ਮਾਨੋ ਕਿ ਗੁਰੂ ਦੇ ਨਾਮ ਨੂੰ ਜਪਦੇ ਨੇ। ਲੱਖਾਂ ਕਰੋੜਾਂ ਹੀ ਐਸੇ ਗੁਰੂ ਦਾ ਨਾਮ ਲੈਂਦੇ ਹਨ। ਸਿੱਖੀ ਕੇ ਮਾਰਗ ਸ਼ੁਭ ਪਰਹੀ, ਆਪਰਨ ਕੇ ਮਤ ਕੋ ਪਰਹਰਹੀ। ਮਾਨੋ ਕਿ ਲੋਕ ਸਿੱਖੀ ਦੇ ਮਾਰਗ ਚੰਗੇ ਦੇ ਧਾਰਨੇ ਬਣਦੇ ਜਾਂਦੇ ਨੇ, ਹੋਰ ਜਿਹੜੇ ਦੁਨੀਆ ਦੇ ਵਿੱਚ ਮਤ ਪਸਰੇ ਹੋਏ ਨੇ ਉਹਨਾਂ ਨੂੰ ਦੂਰ ਕਰਦੇ ਨੇ। ਮਾਨੁਖ ਜਨਮ ਸਫਲਤਾ ਕਰਹੀ, ਗੁਰ ਮਹਿਮਾ ਸ਼ਰਦਾ ਤੇ ਧਰਹੀ। ਇਸ ਤਰੀਕੇ ਦੇ ਨਾਲ ਮਨੁੱਖਾ ਜਨਮ ਨੂੰ ਮਾਨੋ ਕਿ ਸਾਰੇ ਸਫਲ ਕਰ ਰਹੇ ਨੇ, ਗੁਰੂ ਦੀ ਮਹਿਮਾ ਨੂੰ ਸ਼ਰਧਾ ਦੇ ਨਾਲ ਧਾਰਨ ਕਰਦੇ ਨੇ। ਦੁਸ਼ਟ ਦੇਖ ਕਰ ਦੁਖਤ ਬਿਸਾਲੇ, ਬਰਖਾ ਜਲਹ ਜਵਾਸੋ ਜਾਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪਰ ਦੂਸਰੇ ਪਾਸੇ ਜਿਹੜੇ ਦੁਸ਼ਟ ਨੇ, ਜਿਹੜੇ ਗੁਰੂ ਘਰ ਦੇ ਦੋਖੀ ਨੇ, ਉਹ ਬਹੁਤ ਹੀ ਜ਼ਿਆਦਾ ਇਸ ਗੱਲ ਤੋਂ ਦੁਖੀ ਹੁੰਦੇ ਨੇ। ਕਵੀ ਜੀ ਅੱਗੇ ਪ੍ਰਮਾਣ ਦਿੰਦੇ ਨੇ, ਬਰਖਾ ਜਲਹ ਜਵਾਸੋ ਜੈਸੇ। ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਵਰਖਾ ਦੇ ਜਲ ਦੇ ਨਾਲ ਸਾਰੇ ਦਾ ਸਾਰਾ ਜਵਾਹਾਂ ਸੜ ਜਾਂਦਾ ਹੈ, ਇਸ ਤਰੀਕੇ ਦੀ ਜਿਹੜੀ ਸੜਨ ਹੈ ਨਾ, ਉਹ ਦੋਖੀਆਂ ਦੇ ਮਨ ਦੇ ਵਿੱਚ। ਸਹਿ ਨਹੀਂ ਸਕੈ ਕਮੂੜ ਕੋ ਭਾਗੇ, ਮਨੋ ਚੰਦਰ ਕਾ ਬਿਰਹਨ ਲਾਗੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੇ ਜਿਹੜੇ ਕੁਭਾਗੇ ਨੇ, ਖੋਟੇ ਭਾਗਾਂ ਵਾਲੇ ਨੇ, ਐਸੇ ਜਿਹੜੇ ਮੂਰਖ ਨੇ,
ਉਹ ਇਸ ਤਰ੍ਹਾਂ ਸੜਦੇ ਨੇ, ਇਸ ਤਰ੍ਹਾਂ ਦੁਖੀ ਹੁੰਦੇ ਨੇ ਕਿ ਜਿਵੇਂ ਚੰਦਰਮਾ ਦੀ ਚਾਨਣੀ ਤੋਂ ਦੁਖੀ ਹੁੰਦੀ ਹੈ ਕੋਈ ਬਿਰਹਣ ਔਰਤ, ਇਸ ਤਰ੍ਹਾਂ ਦਾ ਉਹਨਾਂ ਨੂੰ ਦੁੱਖ ਹੁੰਦਾ। ਸਿੱਖਣ ਕੀ ਅਸ ਰੀਤ ਨਵੀਨ, ਏਕ ਤਪੇ ਨੇ ਦੇਖਣ ਕੀਨ। ਹੁਣ ਕਵੀ ਜੀ ਲਿਖਦੇ ਨੇ ਕਿ ਸਿੱਖਾਂ ਦੀ ਐਸੀ ਜਿਹੜੀ ਨਵੀਂ ਰੀਤੀ ਸੀ ਉਸ ਨੂੰ ਇੱਕ ਤਪੇ ਨੇ ਦੇਖਿਆ। ਤਰਕ ਕਰਨ ਕੋ ਉਮਗਿਓ ਰਹੈ, ਇਹ ਕਿਆ ਕੀਨ ਨਰਨ ਸੋ ਕਹੈ। ਉਹ ਜਿਹੜਾ ਤਪਾ ਹੈ ਹਮੇਸ਼ਾ ਵਾਸਤੇ ਇਸ ਉਡੀਕ ਦੇ ਵਿੱਚ ਰਹਿੰਦਾ ਸੀ ਕਿ ਕਦੇ ਨਾ ਕਦੇ ਮੈਂ ਇਹਨਾਂ ਦੇ ਨਾਲ ਕੋਈ ਚਰਚਾ ਕਰਾਂ। ਲੋਕਾਂ ਨੂੰ ਕਹਿੰਦਾ ਸੀ ਇਹ ਕਿਆ ਕੀਨ, ਕਿ ਇਹ ਕਿਸ ਤਰ੍ਹਾਂ ਕਰਦੇ ਨੇ। ਬੂਝਣ ਕੋ ਕਰ ਪ੍ਰੀਤ ਬਡੇਰੀ, ਆਏ ਸਭਾ ਸਤਿਗੁਰੂ ਕੀ ਹੇਰੀ। ਆਖਰਕਾਰ ਸਮਾਂ ਪਾ ਕੇ ਕਹਿੰਦੇ ਨੇ ਕਿ ਪੁੱਛਣ ਦੀ ਪ੍ਰੀਤ ਨੂੰ ਧਾਰਨ ਹਿਰਦੇ ਦੇ ਵਿੱਚ ਕਰਕੇ ਇੱਕ ਦਿਨ ਉਹ ਤਪਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚ ਗਏ। ਬੰਧਨ ਕਰ ਸਮੀਪ ਤਵ ਥਿਰਿਓ, ਬੈਠਾਇਵ ਗੋਰੇ ਆਦਰ ਕਰਿਓ। ਨਮਸਕਾਰ ਕਰਕੇ ਉਹ ਤਪਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੜੇ ਸਤਿਕਾਰ ਦੇ ਨਾਲ ਬਿਠਾ ਲਿਆ। ਪੁਨ ਬੂਝਿਓ ਕਹਿ ਦੁਸ਼ਟਨ ਦਵਨੂ, ਕਾਰਨ ਕਵਣ ਆਪ ਆਗਵਨੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬਿਠਾਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਮਾਨੋ ਦੁਸ਼ਟਾਂ ਦਾ ਦਮਨ ਕਰਨ ਵਾਲੇ ਨੇ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਨੇ, ਉਹਨਾਂ ਨੇ ਬਚਨ ਕੀਤਾ ਕਾਰਨ ਕਵਣ ਆਪ ਅਗਵਨੂ। ਉਸ ਤਪੇ ਨੂੰ ਕਹਿੰਦੇ ਨੇ ਕਿ ਕੀ ਕਾਰਨ ਹੈ ਤੁਹਾਡੇ ਇੱਥੇ ਆਉਣ ਦਾ। ਕਿਰਪਾ ਕਰੋ ਸਮਝਾਵੋ ਕਹਿ ਕੇ, ਹਮ ਪੂਰੇ ਹਿਤ ਚਿਤ ਮੈਂ ਚਹਿਕੇ। ਸਤਿਗੁਰਾਂ ਨੇ ਤਪੇ ਦਾ ਬੜਾ ਸਨਮਾਨ ਕੀਤਾ। ਕਹਿੰਦੇ ਨੇ ਕਿ ਕਿਰਪਾ ਕਰਕੇ ਮੈਨੂੰ ਸਮਝਾ ਕੇ ਕੁਝ ਕਹੋ, ਜਿਸ ਤਰ੍ਹਾਂ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਹਿੱਤ ਚਿੱਤ ਨੂੰ ਪੂਰੀਆਂ ਕਰਾਂਗੇ ਆਪਣੇ ਵਚਨ ਦੇ ਨਾਲ। ਦੱਸੋ ਇੱਥੇ ਆਉਣ ਦਾ ਤੁਹਾਡਾ ਕੀ ਪ੍ਰਯੋਜਨ ਹੈ, ਕੀ ਕਾਰਨ। ਤਪਾ ਕਹਿਣ ਲਾਗਸ ਚਿਤ ਚਾਹੂ, ਭ੍ਰਮਣ ਕਰਿਓ ਬਹੁ ਅਵਨੀ ਮਾਹੂ। ਫਿਰ ਤਪੇ ਨੇ ਕਹਿਣਾ ਸ਼ੁਰੂ ਕੀਤਾ ਹੈ, ਚਿੱਤ ਦੀ ਇੱਛਾ ਜਿਹੜੇ ਉਹਦੇ ਮਨ ਦੇ ਵਿੱਚ ਬਣੀ ਹੋਈ ਸੀ। ਕਹਿੰਦਾ ਜੀ ਭ੍ਰਮਣ ਕਰਿਓ ਬਹੁ ਅਵਨੀ ਮਾਹੂ। ਕਹਿੰਦਾ ਕਿ ਮੈਂ ਬਹੁਤ ਸਾਰੀ ਧਰਤੀ ਦਾ ਭ੍ਰਮਣ ਕੀਤਾ ਹੈ, ਜਗ੍ਹਾ ਜਗ੍ਹਾ ਦੇ ਉੱਤੇ ਗਿਆ। ਸਕਲ ਮਤਨ ਕੇ ਸੰਤ ਵਸ਼ੇਖੇ, ਵੇਦ ਪੁਰਾਣ ਸੁਣੇ ਬਹੁ ਦੇਖੇ। ਤਪਾ ਕਹਿੰਦਾ ਹੈ ਕਿ ਸਾਰਿਆਂ ਮਤਾਂ ਦੇ ਮੈਂ ਬਹੁਤ ਵੱਡੇ ਵੱਡੇ ਸੰਤ ਵੇਖੇ ਨੇ, ਉਹਨਾਂ ਦਾ ਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਵੇਦਾਂ ਦਾ ਪੁਰਾਣਾਂ ਦਾ ਪਾਠ ਕੀਤਾ ਹੈ, ਉਹਨਾਂ ਨੂੰ ਪੜ੍ਹਿਆ ਹੈ, ਉਹਨਾਂ ਨੂੰ ਘੋਖਿਆ। ਇਹ ਸਾਰੇ ਵੇਦ ਪੁਰਾਣ ਮੈਂ ਚੰਗੇ ਤਰੀਕੇ ਦੇ ਨਾਲ ਦੇਖੇ ਨੇ। ਕਹਿੰਦਾ ਤੀਰਥ ਬ੍ਰਿੰਦਨ ਯਾਤਰਾ ਕਰੀ, ਬਹੁਤ ਥਲ ਜਲ ਪਾਵਨਤਾ ਧਰੇ। ਇਸ ਤੋਂ ਇਲਾਵਾ ਤਪੇ ਨੇ ਆਖਿਆ ਕਿ ਬਹੁਤ ਵੱਡੇ ਵੱਡੇ ਤੀਰਥਾਂ ਦੀ ਮੈਂ ਯਾਤਰਾ ਕੀਤੀ ਹੈ। ਉਸ ਜਗ੍ਹਾ ਤੇ ਜਾ ਕੇ ਮਾਨੋ ਕਿ ਬਹੁਤੇ ਤੀਰਥਾਂ ਦੇ ਪਵਿੱਤਰ ਜਲ ਦੇ ਨਾਲ ਇਸ਼ਨਾਨ ਕੀਤੇ। ਸਿੱਖ ਤੁਮਾਰੇ ਬਹੁ ਅਭਿਮਾਨੀ, ਸ਼ਾਸਤਰ ਰੀਤ ਨਾ ਜਾਣੀ ਮਾਨੀ। ਤਪਾ ਕਹਿੰਦਾ ਹੈ ਕਿ ਗੁਰੂ ਜੀ ਤੁਹਾਡੇ ਜਿਹੜੇ ਸਿੱਖ ਨੇ ਇਹ ਬਹੁਤ ਵੱਡੇ ਅਭਿਮਾਨੀ ਨੇ, ਸ਼ਾਸਤਰ ਰੀਤ ਨਾ ਜਾਣੀ ਮਾਨੀ। ਨਾ ਇਹ ਸ਼ਾਸਤਰਾਂ ਦੀ ਰੀਤੀ ਨੂੰ ਜਾਣਦੇ ਨੇ ਤੇ ਨਾ ਹੀ ਉਹਨਾਂ ਨੂੰ ਮੰਨਦੇ ਨੇ। ਵਰਨ ਸ਼ਰਮ ਜਗ ਮੈਂ ਸਮੁਦਾਏ, ਕਹਿਓ ਵੇਦ ਸਭ ਕੇ ਮਨ ਪਾਏ। ਬਹੁਤ ਸਾਰੇ ਵਰਨ ਆਸ਼ਰਮ ਨੇ, ਕਹਿਓ ਵੇਦ ਸਭ ਕੇ ਮਨ ਪਾਏ। ਵੇਦਾਂ ਦੇ ਵਿੱਚ ਮਾਨੋ ਕਿ ਸਾਰਿਆਂ ਦੀ ਮਨ ਪਾਉਂਦੀ ਜਿਹੜੀ ਗੱਲ ਹੈ ਨਾ ਉਹ ਲਿਖੀ। ਤੁਮਰੇ ਸਿੱਖ ਨਾ ਜਾਣੈ ਸੋਈ, ਇਹ ਸ਼ੁਭ ਰੀਤ ਚਲਤ ਨਹੀਂ ਕੋਈ। ਤੁਹਾਡੇ ਜਿਹੜੇ ਸਿੱਖ ਨੇ ਉਹ ਕਿਸੇ ਵੀ ਇਸ ਗੱਲ ਦੇ ਧਾਰਨੀ ਨਹੀਂ ਹਨ। ਇਹ ਸ਼ੁਭ ਰੀਤ ਚਲੈ ਨਹੀਂ ਕਾਈ। ਮਾਨੋ ਕਿ ਵੇਦਾਂ ਸ਼ਾਸਤਰਾਂ ਦੇ ਅਨੁਸਾਰ ਜਿਹੜੀ ਚੰਗੀ ਰੀਤ ਦੱਸੀ ਹੈ ਇਹ ਉਸ ਰੀਤੀ ਦੇ ਧਾਰਨੀ ਬਿਲਕੁਲ ਨਹੀਂ। ਤੁਮਕੋ ਜਾਣੈ ਪੂਜਨ ਠਾਨ, ਤੁਮਰੀ ਬਾਣੀ ਬਦਨ ਬਖਾਨ। ਤਪਾ ਕਹਿੰਦਾ ਕਿ ਤੁਹਾਡੇ ਸਿੱਖ ਸਿਰਫ ਤੁਹਾਨੂੰ ਜਾਣਦੇ ਨੇ, ਸਿਰਫ ਤੁਹਾਡੀ ਹੀ ਪੂਜਾ ਕਰਦੇ ਨੇ
ਤੇ ਤੁਹਾਡੀ ਲਿਖੀ ਹੋਈ ਜਿਹੜੀ ਗੁਰਬਾਣੀ ਹੈ ਨਾ ਉਸ ਦਾ ਹੀ ਪਾਠ ਕਰਦੇ ਨੇ। ਵਾਹਿਗੁਰੂ ਕੋ ਸਿਮਰਨ ਕਰਹਿ ਔਰ ਮੈਂ ਧਿਆਨ ਤੁਮਾਰੋ ਧਰੈ। ਇਸ ਤੋਂ ਇਲਾਵਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਇਹ ਕਰਦੇ ਨੇ ਔਰ ਕਹਿੰਦੇ ਨੇ ਕਿ ਹਿਰਦੇ ਦੇ ਵਿੱਚ ਜਿਹੜਾ ਧਿਆਨ ਹੈ ਉਹ ਵੀ ਤੁਹਾਡਾ ਹੀ ਧਾਰਨ ਕਰਦੇ। ਤੀਰਥ ਬੇਦ ਪ੍ਰਭਾਵ ਨ ਜਾਣਿਓ ਇਨਕੋ ਧਰਮ ਸੁਭਾਵ ਨ ਮਾਨਿਓ। ਤੀਰਥ ਕੀ ਹੈ ਇਹ ਨਹੀਂ ਜਾਣਦੇ, ਵੇਦਾਂ ਦੇ ਵਿੱਚ ਕੀ ਲਿਖਿਆ ਹੈ ਵੇਦਾਂ ਦੇ ਪ੍ਰਭਾਵ ਨੂੰ ਵੀ ਨਹੀਂ ਜਾਣਦੇ। ਇਨਕੋ ਧਰਮ ਸੁਭਾਵ ਨਾ ਮਾਨਿਓ, ਭਾਵ ਕਿ ਇਹਨਾਂ ਸਿੱਖਾਂ ਦਾ ਧਰਮ ਤੇ ਸੁਭਾਵ ਵੇਦ ਦੇ ਅਨੁਸਾਰ ਨਹੀਂ। ਕਿਸ ਪ੍ਰਕਾਰ ਸਿੱਖਣ ਗਤ ਹੋਵੇ ਜਨਮ ਆਪਣੋ ਨਿਸਫਲ ਖੋਵੇ। ਤਪੇ ਨੇ ਆਖਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਦੀ ਗਤੀ ਹੋਵੇਗੀ। ਕਹਿੰਦਾ ਹੈ ਕਿ ਮੈਨੂੰ ਤੇ ਲੱਗਦਾ ਹੈ ਜਨਮ ਆਪਣੋ ਨਿਸ਼ਫਲ ਖੋਵੇ, ਕਿ ਆਪਣੇ ਮਨੁੱਖਾ ਜਨਮ ਨੂੰ ਇਹ ਸਾਰੇ ਦੇ ਸਾਰੇ ਵਿਅਰਥ ਗਵਾ ਦੇਣ। ਸੁਣ ਸ੍ਰੀ ਰਾਮਦਾਸ ਤਬ ਕਹਿਓ ਕੌਣ ਮਹਾਤਮ ਇਨਕੋ ਲਹਿਓ। ਜਦੋਂ ਤਪੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਪਾ ਜੀ ਇਹ ਦੱਸੋ ਇਹ ਜਿਹੜੀਆਂ ਸਾਰੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਇਹਨਾਂ ਦਾ ਕਿਹੜਾ ਮਹਾਤਮ ਤੁਸੀਂ ਜਾਣਿਆ। ਕਰੈ ਪ੍ਰੀਤ ਸੋ ਸ਼ਰਧਾ ਧਾਰ ਕੌਣ ਪਾਏ ਫਲ ਅੰਤੀ ਵਾਰ। ਕਹਿੰਦੇ ਨੇ ਤਪਾ ਜੀ ਇਹ ਦੱਸੋ ਕਿ ਤੀਰਥਾਂ ਦੇ ਇਸ਼ਨਾਨ ਦੇ ਨਾਲ, ਵੇਦਾਂ ਦੇ ਪਾਠ ਦੇ ਨਾਲ, ਸ਼ਾਸਤਰਾਂ ਦੀ ਨੀਤੀ ਦੇ ਅਨੁਸਾਰ ਚੱਲਣ ਦੇ ਨਾਲ, ਸ਼ਰਧਾ ਨਾਲ ਧਾਰਨ ਕਰਨ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਕੌਣ ਪਾਏ ਫਲ ਅੰਤੀ ਵਾਰ, ਕਿ ਅਖੀਰਲੇ ਵੇਲੇ ਮਨੁੱਖ ਨੂੰ ਕਿੰਨਾ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਤੁਹਾਡੇ ਅਨੁਸਾਰ ਇਹਨਾਂ ਸਾਰੀਆਂ ਰੀਤਾਂ ਨੂੰ ਕੀਤਾ ਜਾਵੇ। ਤਪੇ ਕਹਿਓ ਕਰਕੇ ਬਿਸਤਾਰ ਤੀਰਥ ਮੱਜਣ ਫਲ ਉਦਾਰ। ਜਦੋਂ ਸਤਿਗੁਰਾਂ ਨੇ ਇਹ ਬਚਨ ਕੀਤਾ ਕਿ ਤਪਾ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਜੇਕਰ ਸਾਰੀਆਂ ਰੀਤੀਆਂ ਨੂੰ ਮਨੁੱਖ ਇਸੇ ਤਰ੍ਹਾਂ ਮੰਨੇ ਤੇ ਉਹਨੂੰ ਕਿਹੜੇ ਫਲ ਮਿਲਣਗੇ। ਉਸ ਤੋਂ ਬਾਅਦ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਵਿਸਥਾਰ ਦੇ ਨਾਲ ਉਸ ਤਪੇ ਨੇ ਕਹਿਣਾ ਸ਼ੁਰੂ ਕੀਤਾ। ਕਹਿੰਦਾ ਤੀਰਥ ਮੱਜਣ ਫਲ ਉਦਾਰ। ਕਹਿੰਦਾ ਕਿ ਜਿਹੜਾ ਮਨੁੱਖ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ ਉਸ ਨੂੰ ਵੱਡੇ ਫਲਾਂ ਦੀ ਪ੍ਰਾਪਤੀ ਹੁੰਦੀ। ਪਾਪ ਖਾਪ ਤੇ ਆਪ ਇਸ਼ਨਾਨੇ ਕਰਹਿ ਅੰਤ ਕੋ ਸਵਰਗ ਪਿਆਨੇ। ਕਹਿੰਦਾ ਹੈ ਕਿ ਜਿਹੜੇ ਮਨੁੱਖ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ ਉਹਨਾਂ ਦੇ ਸਾਰੇ ਜਿਹੜੇ ਪਾਪ ਨੇ ਉਹ ਧੁੱਪ ਜਾਂਦੇ ਨੇ, ਲਹਿ ਜਾਂਦੇ ਨੇ ਤੇ ਅਖੀਰ ਦੇ ਵੇਲੇ ਐਸੇ ਮਨੁੱਖਾਂ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ। ਅਨਕ ਪਾਤ ਕੇ ਸੁਖ ਤਹਿ ਪਾਵੈ ਪਠ ਬੇਦਨ ਬ੍ਰਹਮ ਲੋਕ ਸਿਧਾਵੈ। ਕਹਿੰਦਾ ਕਿ ਫਿਰ ਸਵਰਗ ਦੇ ਵਿੱਚ ਐਸੇ ਮਨੁੱਖਾਂ ਨੂੰ ਅਨੇਕਾਂ ਤਰ੍ਹਾਂ ਦੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਪਠ ਬੇਦਨ ਬ੍ਰਹਮ ਲੋਕ ਸਿਧਾਵੈ, ਜਿਹੜੇ ਮਨੁੱਖ ਵੇਦਾਂ ਦਾ ਪਾਠ ਕਰਦੇ ਨੇ ਮੰਨੋ ਕਿ ਬ੍ਰਹਮ ਲੋਕ ਦੇ ਵਿੱਚ ਉਹ ਪਹੁੰਚਦੇ ਨੇ। ਸੁਣ ਸ੍ਰੀ ਸਤਿਗੁਰ ਵਾਕ ਬਖਾਨਾ ਸਵਰਗ ਭੋਗ ਸੁਖ ਲਖਿਓ ਮਹਾਨਾ। ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਹੇ ਤਪਾ ਜੀ ਸਵਰਗ ਭੋਗ ਸੁਖ ਲਖਿਓ ਮਹਾਨਾ। ਮੰਨੋ ਕਿ ਇਹਨਾਂ ਸਾਰਿਆਂ ਕਰਮਾਂ ਕਾਂਡਾਂ ਦਾ ਅਖੀਰ ਦੇ ਵਿੱਚ ਫਲ ਤੁਸੀਂ ਸਾਰਿਆਂ ਤੋਂ ਵੱਡਾ ਸਵਰਗ ਦੇ ਵਿੱਚ ਪਹੁੰਚਣਾ ਜਾਣਿਆ। ਸਾਚ ਜਾਣ ਔਰ ਕਰੋ ਉਪਾਇਆ ਮਹਾ ਕਸ਼ਟ ਤੇ ਲਿਓ ਤਿਨ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਸਵਰਗ ਨੂੰ ਸੱਚਾ ਜਾਣ ਕੇ ਤੁਸੀਂ ਵੱਡੇ ਵੱਡੇ ਉਪਾਅ ਕਰਦੇ ਹੋ, ਵੱਡੇ ਵੱਡੇ ਕਸ਼ਟਾਂ ਨੂੰ ਧਾਰਨ ਕਰਕੇ ਤਪੱਸਿਆ ਕਰਕੇ ਉਸ ਜਗ੍ਹਾ ਤੇ ਪਹੁੰਚਣ ਦੀ ਚਾਹ ਕਰਦੇ ਹੋ। ਕਹਿੰਦੇ ਨੇ ਸੋ ਸਭ ਸੰਤਨ ਮਿਥਿਆ ਜਾਣੇ ਕਿਉਂ ਸੰਕਟ ਤਿਨ ਹਿਤ ਕਰ ਠਾਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਤਪਾ ਜੀ ਤੁਸੀਂ ਸਵਰਗ ਦੇ ਸੁੱਖ ਨੂੰ ਸੱਚਾ ਸਮਝਦੇ ਹੋ, ਪਰ ਜਿਹੜੇ ਅਸਲੀ ਸੰਤ ਜਾਣੇ ਉਹ ਕਹਿੰਦੇ ਨੇ ਉਸ ਨੂੰ ਸੱਚਾ ਨਹੀਂ ਸਮਝਦੇ, ਉਹ ਉਸ ਨੂੰ ਝੂਠਾ ਜਾਣਦੇ ਨੇ। ਇਸ ਕਰਕੇ ਕਹਿੰਦੇ ਨੇ ਕਿ ਕਿਉਂ ਸੰਕਟ ਤਿਨ ਹਿਤ ਕਰ ਠਾਨੇ। ਜਿੱਥੇ ਜਾ ਕੇ ਪਹੁੰਚਣਾ ਹੈ ਸਵਰਗ ਦੇ ਵਿੱਚ, ਜੇਕਰ ਸੰਤਾਂ ਦਾ ਮਤ ਹੈ ਕਿ ਉਹ ਝੂਠਾ ਹੈ ਤੇ ਫਿਰ ਕਹਿੰਦੇ ਨੇ ਕਿ ਉਹ ਸਵਰਗ ਨੂੰ ਜਾਣਨ ਦੇ ਵਾਸਤੇ ਕਿਉਂ ਇੰਨੇ ਕਸ਼ਟਾਂ ਨੂੰ ਕੋਈ ਸਾਧਨ ਕਰੇਗਾ, ਕਿਉਂ ਇਸ ਤਰ੍ਹਾਂ ਕਰੇਗਾ। ਜਿਹੜੇ ਸੰਤ ਮੰਨਦੇ ਹੀ ਸਾਰੇ ਸੰਸਾਰ ਨੂੰ ਤੇ ਸਵਰਗ ਨੂੰ ਵੀ ਝੂਠਾ।
ਕਹਿੰਦੇ ਨੇ ਸਤ ਸੰਗਤ ਸੇਵੋ ਤੁਮ ਨਾਹੀ, ਕਿਉ ਸੁਖ ਤਿਨੋ ਲਖੋ ਮਨ ਮਾਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਪਾ ਜੀ ਤੁਸੀਂ ਕਦੀ ਸਤ ਸੰਗਤ ਦੀ ਸੇਵਾ ਨਹੀਂ ਕੀਤੀ, ਕਦੀ ਸਤ ਸੰਗਤ ਦੇ ਵਿੱਚ ਨਹੀਂ ਆਏ, ਇਸ ਕਰਕੇ ਤੁਸੀਂ ਨਹੀਂ ਜਾਣ ਸਕਦੇ ਕਿ ਸਤ ਸੰਗਤ ਦੇ ਵਿੱਚ ਕਿਸ ਤਰ੍ਹਾਂ ਦੇ ਸੁਖ ਨੇ। ਬ੍ਰਿਥਾ ਦੋਸ਼ ਮਮ ਸਿੱਖਣ ਦੀਨਸ, ਤਤ ਵਸਤ ਕੋ ਭੇਦ ਨਾ ਚੀਨਸ। ਕਹਿੰਦੇ ਨੇ ਕਿ ਬੇਕਾਰ ਦੇ ਵਿੱਚ ਹੀ ਮੇਰੇ ਸਿੱਖਾਂ ਦੇ ਉੱਤੇ ਤੁਸੀਂ ਦੋਸ਼ ਲਾ ਰਹੇ ਹੋ। ਕਹਿੰਦੇ ਨੇ ਤਤ ਜਿਹੜੀ ਵਸਤੂ ਹੈ ਨਾ, ਉਹਦੇ ਭੇਦ ਨੂੰ ਤੁਸੀਂ ਪਛਾਣ ਹੀ ਨਹੀਂ ਸਕੇ। ਸਕਲ ਜਨਮ ਤੈ ਕੀਨ ਬਤੀਤ, ਮਿਲਿਓ ਨ ਗੁਰ ਨਹੀਂ ਆਈ ਪ੍ਰਤੀਤ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਤਪੇ ਨੂੰ ਤੂੰ ਸਾਰਾ ਜਨਮ ਬੇਕਾਰ ਦੇ ਵਿੱਚ ਬਤੀਤ ਕਰ ਦਿੱਤਾ, ਗਵਾ ਦਿੱਤਾ ਸਾਰੀ ਜ਼ਿੰਦਗੀ ਦੇ ਵਿੱਚ। ਕਹਿੰਦੇ ਨੇ ਨਾ ਤੂੰ ਪੂਰੇ ਗੁਰੂ ਦੇ ਕੋਲ ਗਿਆ ਤੇ ਨਾ ਹੀ ਤੇਰੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਪ੍ਰਤੀਤ ਆਈ। ਜੰਗਮ ਤੀਰਥ ਆਤ ਸਤ ਸੰਗ, ਤਿਸ ਕੋ ਮਿਲਿਓ ਨਾ ਲਹਿ ਹਰੀ ਰੰਗ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤ ਸਿੰਘ ਮਾਨੋ ਕਿ ਤੁਰਦਾ ਫਿਰਦਾ ਇੱਕ ਤੀਰਥ ਹੈ। ਕਹਿੰਦੇ ਨੇ ਨਾ ਉਸ ਐਸੇ ਸਤਸੰਗ ਨੂੰ ਤੂੰ ਮਿਲਿਆ ਤੇ ਨਾ ਹੀ ਤੈਨੂੰ ਪਰਮੇਸ਼ਰ ਦਾ ਰੰਗ ਚੜਿਆ। ਔਰ ਮੈਂ ਗਰਭ ਧਰਿਓ ਦਿੜ ਕੂਰਾ, ਤਵੈ ਮਿਟੈ ਮਿਲ ਹੈ ਗੁਰ ਪੂਰਾ। ਗੁਰੂ ਜੀ ਤਪੇ ਨੂੰ ਕਹਿੰਦੇ ਨੇ ਕਿ ਹਿਰਦੇ ਦੇ ਵਿੱਚ ਤੂੰ ਬੇਕਾਰ ਦੇ ਵਿੱਚ ਝੂਠੇ ਗਰਭ ਨੂੰ ਧਾਰਨ ਕਰੀ ਰੱਖਿਆ, ਤਵੈ ਮਿਟੈ ਮਿਲ ਹੈ ਗੁਰ ਪੂਰਾ। ਗੁਰੂ ਜੀ ਕਹਿੰਦੇ ਨੇ ਕਿ ਜਦੋਂ ਪੂਰਾ ਗੁਰ ਤੈਨੂੰ ਮਿਲੇਗਾ ਨਾ, ਤਾਂ ਹੀ ਤੇਰਾ ਇਹ ਜਿਹੜਾ ਹੰਕਾਰ ਝੂਠਾ ਹੈ ਨਾ, ਉਹ ਖਤਮ ਹੋਏਗਾ। ਸੁਣ ਕੇ ਤਪਿਓ ਕਹਿਓ ਆਚਾਰ, ਅਰ ਸਭ ਤੀਰਥ ਮੱਜਣ ਬਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਮਾਨੋ ਕਿ ਕਰਮਾਂ ਦੀ ਗੱਲ ਕੀਤੀ ਉਸ ਤਪੇ ਨੇ ਮਾਨੋ ਕਿ ਤੀਰਥਾਂ ਦੇ ਜਲ ਦਾ ਇਸ਼ਨਾਨ ਵੀ ਦੱਸਿਆ। ਕਿਮ ਲਗ ਕਹੋ ਜੇ ਸਭ ਨੇ ਮਾਨੇ, ਮਹਿਮਾ ਮਹਾ ਪੁਰਾਣ ਬਖਾਨੇ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਤਪਾ ਕਹਿਣ ਲੱਗਾ ਕਿ ਇਹਨਾਂ ਸਾਰਿਆਂ ਨੂੰ ਮਾਨੋ ਕਿ ਕਿਸ ਤਰ੍ਹਾਂ ਤੁਸੀਂ ਨੀਵਾਂ ਸਮਝਦੇ ਹੋ, ਕਿਉਂਕਿ ਸਭ ਨੇ ਮਾਨੇ, ਇਹਨਾਂ ਮਰਿਆਦਾਵਾਂ ਨੂੰ ਸਾਰੇ ਮੰਨਦੇ ਨੇ। ਮਹਿਮਾ ਮਹਾ ਪੁਰਾਣ ਬਖਾਨੇ, ਮਹਾ ਜਿਹੜੇ ਪੁਰਾਣ ਨੇ ਮਾਨੋ ਕਿ ਉਹਦੇ ਵਿੱਚ ਵੀ ਇਹਨਾਂ ਦੀ ਮਹਿਮਾ ਕੀਤੀ ਹੋਈ ਹੈ। ਤੁਸੀਂ ਇਹਨਾਂ ਗੱਲਾਂ ਨੂੰ ਕਿਉਂ ਛੋਟਾ ਸਮਝਦੇ? ਕਰ ਵਿਚਾਰ ਮੁਝ ਦਿਓ ਸਮਝਾਈ, ਸਤ ਸੰਗਤ ਕੀ ਕਿਮ ਵਡਿਆਈ। ਤਪਾ ਕਹਿਣ ਲੱਗਾ ਕਿ ਵਿਚਾਰ ਦੇ ਨਾਲ ਮੈਨੂੰ ਸਮਝਾਓ ਕਿ ਬਾਰ-ਬਾਰ ਤੁਸੀਂ ਸਤ ਸੰਗਤ ਦੀ ਗੱਲ ਕਰ ਰਹੇ ਹੋ। ਕਹਿੰਦਾ ਸਤ ਸੰਗਤ ਕੀ ਕੀਮ ਵਡਿਆਈ, ਕਿ ਸਤ ਸੰਗਤ ਦੀ ਕਿਸ ਤਰ੍ਹਾਂ ਵੱਡੀ ਵਡਿਆਈ ਹੈ। ਤਬ ਸ੍ਰੀ ਰਾਮਦਾਸ ਹਿਤਕਾਰ, ਸ਼ਬਦ ਸੁਨਾਇਓ ਕੀਨ ਉਚਾਰ। ਇਸ ਤੋਂ ਬਾਅਦ ਫਿਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਕਰਕੇ ਫਿਰ ਗੁਰਬਾਣੀ ਦਾ ਇੱਕ ਸ਼ਬਦ ਉਚਾਰਨ ਕੀਤਾ। ਸ੍ਰੀ ਮੁਖ ਵਾਕ ਮਲਾਰ ਮਹੱਲਾ ਚੌਥਾ। ਗੰਗਾ ਜਮਨਾ ਗੋਦਾਵਰੀ, ਸਰਸਵਤੀ ਤੇ ਕਰਹਿ ਉਦਮ ਧੂਰ, ਸਾਧੂ ਕੀ ਤਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੰਗਾ, ਜਮਨਾ, ਗੋਦਾਵਰੀ, ਇਸ ਤੋਂ ਇਲਾਵਾ ਸਰਸਵਤੀ, ਇਹ ਸਾਰੇ ਜਿੰਨੇ ਵੀ ਵੱਡੇ ਤੀਰਥ ਨੇ, ਕਹਿੰਦੇ ਨੇ ਕਿ ਸਾਰੇ ਤੀਰਥ ਸਾਧੂਆਂ ਦੀ ਧੂੜੀ ਨੂੰ ਮਾਨੋ ਕਿ ਲੋਚਦੇ ਰਹਿੰਦੇ ਨੇ, ਚਾਹੁੰਦੇ ਰਹਿੰਦੇ ਨੇ। ਕਿਲ ਵਿਖ ਮੈਲ ਭਰੇ, ਭਰੇ ਹਮਰੇ ਵਿੱਚ ਹਮਰੀ ਮੈਲ, ਸਾਧੂ ਕੀ ਧੂਰ ਗਵਾਈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰੇ ਜਿਹੜੇ ਤੀਰਥ ਨੇ ਉਹ ਅਰਜ਼ਾਂ ਕਰਦੇ ਨੇ, ਬੇਨਤੀਆਂ ਕਰਦੇ ਨੇ ਕਿ ਕਿਲ ਵਿਖਾਂ ਦੇ ਪਾਪਾਂ ਦੀ ਮੈਲ ਦੇ ਨਾਲ ਭਰੇ ਹੋਏ ਜਿਹੜੇ ਮਨੁੱਖ ਨੇ ਉਹ ਸਾਡੇ ਵਿੱਚ ਆਣ ਕੇ ਇਸ਼ਨਾਨ ਕਰਦੇ ਨੇ ਤੇ ਆਪਣੇ ਪਾਪਾਂ ਨੂੰ ਸਾਡੇ ਵਿੱਚ ਲਾ ਕੇ ਚਲੇ ਜਾਂਦੇ ਨੇ। ਪਰ ਹਮਰੀ ਮੈਲ ਸਾਧੂ ਕੀ ਧੂਰ ਗਵਾਈ, ਅਸੀਂ ਤਾਂ ਪਵਿੱਤਰ ਹੁੰਦੇ ਆ, ਸਾਡੀ ਮੈਲ ਤਾਂ ਲੱਥਦੀ ਹੈ ਜੇਕਰ ਸਾਧੂਆਂ ਦੀ ਧੂੜੀ ਸਾਨੂੰ ਮਿਲੇ, ਉਹ ਸਾਡੇ ਵਿੱਚ ਆਪਣੇ ਚਰਨ ਪਾਉਣ ਤਾਂ। ਤੀਰਥ 68 ਮੱਜਣ ਨਾਈ, ਮਾਨੋ ਕਿ ਸਤ ਸੰਗਤ ਰੂਪੀ ਜਿਹੜਾ ਤੀਰਥ ਹੈ ਉਹਦੇ ਵਿੱਚ ਇਸ਼ਨਾਨ ਕਰਨ ਦਾ, ਉਹਦੇ ਵਿੱਚ ਮਿਲਣ ਦਾ ਇੰਨਾ ਫਲ ਹੈ ਜਿਵੇਂ ਕਿ 68 ਤੀਰਥਾਂ ਦਾ ਮਹਾਤਮ ਹੋਵੇ ਇਸ਼ਨਾਨ ਕਰਨ ਦਾ। ਸਤ ਸੰਗਤ ਕੀ ਧੂਰ ਭਰੀ ਉਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ
कि ਜਿਹੜੇ ਮਨੁੱਖ ਦੀਆਂ ਅੱਖਾਂ ਦੇ ਵਿੱਚ ਮਾਨੋ ਕਿ ਸਤ ਸੰਗਤ ਦੀ ਧੂੜੀ ਉੱਡ ਕੇ ਪੈ ਜਾਂਦੀ ਹੈ, ਉਸ ਮਨੁੱਖ ਦੀ ਕਹਿੰਦੇ ਨੇ ਖੋਟੀ ਬੁੱਧੀ ਵਾਲੀ ਜਿਹੜੀ ਮੈਲ ਹੈ ਨਾ ਉਹ ਦੂਰ ਹੋ ਜਾਂਦੀ। ਰਹਾਓ ਜਾਹਰ ਨਵੀ ਤਪੈ ਭਗੀਰਥ ਆਣੀ ਕੇਦਾਰ ਥਾਪਿਓ ਮਹਸਾਈ। ਹੁਣ ਪੁਰਾਣਾ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਹੜੀ ਗੰਗਾ ਹੈ ਉਸ ਨੂੰ ਬੜੇ ਵੱਡੇ ਤਪ ਦੇ ਨਾਲ, ਬੜੇ ਵੱਡੇ ਯਤਨ ਦੇ ਨਾਲ ਭਗੀਰਥ ਨੇ ਗੰਗਾ ਨੂੰ ਇਸ ਮਾਤ ਲੋਕ ਦੇ ਉੱਤੇ ਲਿਆਂਦਾ ਸੀ। ਇਸ ਤੋਂ ਇਲਾਵਾ ਕੇਦਾਰ ਜਿਹੜਾ ਤੀਰਥ ਹੈ ਉਹ ਮਾਨੋ ਕਿ ਸ਼ਿਵ ਜੀ ਨੇ ਸਥਾਪਨ ਕੀਤਾ ਸੀ। ਕਾਂਸੀ ਕ੍ਰਿਸ਼ਨ ਚਰਾਵਤ ਗਾਊ ਮਿਲ ਹਰ ਜਨ ਸੋਭਾ ਪਾਈ। ਕਾਂਸੀ ਜਿਹੜੀ ਹੈ ਉਹ ਮਾਨੋ ਕਿ ਸ਼ਿਵ ਜੀ ਦੀ ਨਗਰੀ ਹੈ। ਇਸ ਤੋਂ ਇਲਾਵਾ ਜਿਹੜੇ ਕ੍ਰਿਸ਼ਨ ਜੀ ਨੇ ਉਹ ਮਾਨੋ ਕਿ ਦਵਾਰਕਾਪੁਰੀ ਦੇ ਵਿੱਚ ਗਊਆਂ ਨੂੰ ਚਾਰਦੇ ਰਹੇ। ਮਿਲ ਹਰ ਜਨ ਸੋਭਾ ਪਾਈ, ਕਹਿੰਦੇ ਨੇ ਕਿ ਹਰੀ ਦੇ ਜਨਾਂ ਨੂੰ ਮਿਲ ਕੇ, ਪਰਮੇਸ਼ਰ ਦੇ ਪਿਆਰਿਆਂ ਨੂੰ ਮਿਲ ਕੇ ਇਹਨਾਂ ਸਾਰਿਆਂ ਨੇ ਸੋਭਾ ਪਾਈ। ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚਾਂ ਧੂਰ ਸਾਧੂ ਕੀ ਤਾਈ। ਹੁਣ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਸ ਤਪੇ ਨੂੰ ਸਿੱਖਿਆ ਦੇ ਰਹੇ ਨੇ ਕਿ ਤੁਸੀਂ ਤੀਰਥਾਂ ਦੀ ਗੱਲ ਕਰ ਰਹੇ ਹੋ। ਕਹਿੰਦੇ ਨੇ ਕਿ ਜਿੰਨੇ ਵੀ ਤੀਰਥ ਸਥਾਪਨ ਕੀਤੇ ਗਏ ਨੇ, ਜਿੰਨੇ ਵੀ ਵੱਡੇ ਵੱਡੇ ਤੀਰਥ ਨੇ, ਉਹ ਕਹਿੰਦੇ ਨੇ ਕਿ ਲੋਚਦੇ ਨੇ ਕਿ ਸਾਨੂੰ ਸਾਧੂਆਂ ਦੇ ਚਰਨਾਂ ਦੀ ਧੂੜ ਮਿਲੇ। ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂੜ ਮੁਖ ਲਾਈ। ਹਰੀ ਦਾ ਜਿਹੜਾ ਸੰਤ ਹੈ, ਜਿਹੜਾ ਸਾਧੂ ਹੈ, ਕਹਿੰਦੇ ਨੇ ਕਿ ਉਹਦੀ ਧੂੜ ਉਹ ਮਾਨੋ ਕਿ ਆਪਣੇ ਮੁਖ ਨੂੰ ਲਾਉਂਦੇ ਨੇ। ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚਾ ਧੂੜ ਸਾਧੂ ਕੀ ਤਾਈ। ਗੁਰੂ ਜੀ ਕਹਿੰਦੇ ਨੇ ਕਿ ਜਿੰਨੀ ਵੀ ਸ੍ਰਿਸ਼ਟੀ ਰਚੀ ਹੋਈ ਹੈ, ਇਹ ਮੇਰੇ ਅਕਾਲ ਪੁਰਖ, ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਮਾਨੋ ਕਿ ਸਾਧੂਆਂ ਦੀ ਸਤ ਸੰਗਤ ਦੀ ਧੂੜ ਨੂੰ ਲੋਚਦੀ। ਨਾਨਕ ਲਿਲਾਟ ਹੋਵੇ ਜਿਸ ਲਿਖਿਆ ਤਿਸ ਸਾਧੂ ਧੂੜ ਦੇ ਹਰ ਪਾਰ ਲੰਘਾਈ। ਅਖੀਰਲੀ ਸਤਰ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜਿਸ ਦੇ ਲਿਲਾਟ ਦੇ ਉੱਤੇ, ਜਿਹਦੇ ਮੱਥੇ ਦੇ ਉੱਤੇ ਸੋਹਣੇ ਇਸ ਤਰ੍ਹਾਂ ਦੇ ਲੇਖ ਲਿਖੇ ਹੋਣ, ਉਹਨੂੰ ਮਾਨੋ ਕਿ ਸਾਧੂਆਂ ਦੀ ਧੂੜ ਮਿਲਦੀ ਹੈ। ਸਾਧੂਆਂ ਦੀ ਧੂੜ ਦੇ ਨਾਲ ਮਾਨੋ ਕਿ ਉਹ ਜਿਹੜਾ ਮਨੁੱਖ ਹੈ ਨਾ ਉਹ ਫਿਰ ਸੰਸਾਰ ਸਾਗਰ ਤੋਂ ਪਾਰ ਲੰਘਦਾ। ਸ੍ਰੀ ਸਤ ਗੁਰ ਮੁਖ ਤੇ ਸੁਣਿਓ ਸ਼ਬਦ ਸੋ ਅਰਥ ਸਮੇਤ ਗਦ ਗਦ ਪਾਇਓ ਪ੍ਰਸੰਨ ਤਬ ਔਰ ਪਾ ਪ੍ਰੇਮ ਨਕੇਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਕਹਿੰਦੇ ਨੇ ਸ਼ਬਦ ਅਰਥਾਂ ਦੇ ਸਮੇਤ ਤਪੇ ਨੇ ਸੁਣਿਆ, ਸੁਣ ਕੇ ਗਦਗਦ ਹੋ ਗਿਆ, ਬਹੁਤ ਜ਼ਿਆਦਾ ਪ੍ਰਸੰਨ ਹੋਇਆ। ਔਰ ਪਾ ਪ੍ਰੇਮ ਨਕੇਤ, ਮਾਨੋ ਕਿ ਇਸ ਤਰ੍ਹਾਂ ਮੰਨ ਲਓ ਕਿ ਉਸ ਦੇ ਹਿਰਦੇ ਦੇ ਵਿੱਚ ਪ੍ਰੇਮ ਦਾ ਘਰ ਬਣ ਗਿਆ। ਇਸ ਜਗ੍ਹਾ ਦੇ ਉੱਤੇ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਵਿੱਚ हे अच्युत हे पार ब्रह्म अविनाशी अगनास, हे पूर्ण हे सर्व में दुख पंजन गुणतास, हे संगी हे निरंकार हे निर्गुण सब टेक, हे गोविंद हे गुण निधान जाकै सदा विवेक, हे अपरंपर हर हरे है पी होवनहार, हे संताह कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो हिय परोय, याही कुल ते प्रगट होय ताही कुल को नाम, उन द्वादश गोरिंद को मेरी है प्रणाम।